ਵਾਹਿਗੁਰੂ ਸਾਹਿਬ ਜੀ। ਸੁਖੀ ਬਸੈ ਮਸਕੀਨੀਆ, ਆਪ ਨਿਵਾਜ ਤਲੇ। ਵੱਡੇ ਵੱਡੇ ਅਹੰਕਾਰੀ, ਨਾਨਕ ਗਰ ਦੀਨ ਦਰਦ ਦੁਖ ਭੰਜਨ। ਸਰਨ ਨਾਥ ਸਰਨ ਤੁਮਾਰੀ, ਨਾਨਕ ਕੇ ਆਤ। ਸਤਿਗੁਰ ਜਨ ਜਾਣਿਆ, ਸਤਿਗੁਰ ਤਿਸ ਕਾ ਨਾਮ। ਤਿਸ ਕੈ ਸੰਗ ਸਿਖ ਉਧਰੈ, ਨਾਨਕ ਹਰ ਗੁਣ ਗਾਓ। ਬਹੁ ਸਾਸਤਰ ਬਹੁ ਸਿਮਰਤਿ, ਪੇਖੈ ਸਰਬ ਠੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਸੁਖਾਵ ਤਨ ਗੁਰ ਸੇਵੀਐ, ਐਨਸ ਸਹਿਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਿਕਤਕ ਸਮਧਿ, ਨੂਰ ਅਰਸੋਂ ਗੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟੀਐ। ਸਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਈ, ਸਭਨਾਂ ਦਾ ਵੇਸਾ। ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵੇਸਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ। ਦਇਆ ਕਰਨੰ ਦੁਖ ਹਰਨੰ, ਉਚਰੰ ਨਾਮ ਕੀਰਤਨ। ਦਇਆਲ ਪੁਰਖ ਭਗਵਾਨ, ਨਾਨਕ ਲਿਪਤ ਨਾ ਮਾਇਆ। ਪਾਹੇ ਬਲੰਦੜੀ ਬੁਝ ਗਈ, ਰਖੰਦੜੋ ਪ੍ਰਭ ਆਪ। ਜਿਨ ਉਪਾਈ ਮੇਦਨੀ, ਨਾਨਕ ਸੋ ਪ੍ਰਭ ਜਾਪ। ਦਇਆ ਕਰਨੰ ਦੁਖ ਹਰਨੰ, ਉਚਰੰ ਨਾਮ ਕੀਰਤਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਗਰੀਬ ਨਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਬੈਠੀ ਹੋਈ ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ। ਆਪ ਸੰਗਤਾਂ ਨੇ ਗੁਰੂ ਦਰਬਾਰ ਵਿੱਚ ਸੋਭਤ ਹੁੰਦਿਆਂ ਹੋਇਆਂ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਦੇ ਕੀਰਤਨ ਸ਼ਬਦ ਸਰਵਣ ਕੀਤੇ। ਇਸ ਵੇਲੇ ਆਪਾਂ ਮਹਾਰਾਜ ਜੀਆਂ ਦੀ ਪਵਿੱਤਰ ਬਾਣੀ ਜੈਤਸਰੀ ਦੀ ਵਾਰ ਦੀ ਕਥਾ ਸਰਵਣ ਕਰਦੇ ਪਿਛਲੇ ਦਿਨਾਂ ਤੋਂ ਆ ਰਹੇ ਹਾਂ। ਇਹ ਬਾਣੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਉਚਾਰੀ ਹੈ। ਇਸ ਦੇ 20 ਸ਼ਲੋਕ ਮਹਾਰਾਜ ਸਾਹਿਬ ਜੀਆਂ ਨੇ ਬਖਸ਼ਿਸ਼ ਕੀਤੇ। ਇਹ ਜਿੰਨੇ ਵੀ ਸ਼ਲੋਕ ਆਏ ਨੇ, ਜਿੰਨੀਆਂ ਵੀ ਪੌੜੀਆਂ ਆਈਆਂ, ਇਹ ਸਾਰੀਆਂ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ। ਸੋ ਇਸ ਦੇ 17 ਸ਼ਲੋਕ ਜਿਹੜੇ ਨੇ ਉਹ ਆਪਾਂ ਸਰਵਣ ਕਰ ਚੁੱਕੇ ਹਾਂ। ਅੱਜ ਮਹਾਰਾਜ ਸਾਹਿਬ ਜੀ ਸਾਨੂੰ 18ਵਾਂ ਸ਼ਲੋਕ ਜਿਹੜਾ ਹੈ ਇਸ ਵਾਰ ਦਾ ਬਖਸ਼ਿਸ਼ ਕਰ ਰਹੇ ਨੇ।
ਸੋ ਆਓ ਮਨ ਦੇ ਧਿਆਨ ਨੂੰ ਟਿਕਾਈਏ ਬੜੀ ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਅੰਮ੍ਰਿਤ ਬਾਣੀ ਹਰ ਹਰ ਹਰੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਮਹਾਂਵਾਕ ਨੇ। ਇਹ ਸਤਿਗੁਰਾਂ ਦੀ ਜਿੰਨੀ ਵੀ ਬਾਣੀ ਹੈ ਇਹ ਸਾਰੀ ਬਾਣੀ ਅੰਮ੍ਰਿਤ ਰੂਪ ਹੈ। ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਿਹੜਾ ਇਸ ਬਾਣੀ ਨੂੰ ਮਨ ਕਰਕੇ ਸੁਨੇਗਾ, ਸਰੀਰ ਕਰਕੇ ਸੁਨੇਗਾ, ਉਹ ਪਰਮ ਗਤੀ ਕੇਵਲ ਮੋਕਸ਼ ਨੂੰ ਪ੍ਰਾਪਤ ਹੋਵੇਗਾ। ਦੁਨੀਆ ਤੋਂ ਪਰਦੇ ਤੇ ਸਾਰੇ ਨੇ ਪਰ ਮੁਕਤ ਨਹੀਂ ਸਾਰੇ। ਮੁਕਤ ਉਹ ਹੋਣਗੇ ਜਿਨ੍ਹਾਂ ਨੂੰ ਕੇਵਲ ਮੋਕਸ਼ ਮਿਲਿਆ। ਤੇ ਮੋਕਸ਼ ਲੈਣ ਵਾਸਤੇ ਅੰਮ੍ਰਿਤ ਬਾਣੀ ਸੁਣਨੀ ਪਵੇਗੀ, ਅੰਮ੍ਰਿਤ ਬਾਣੀ ਪੜ੍ਹਨੀ ਪਵੇਗੀ। ਮਹਾਰਾਜ ਕਹਿਣ ਲੱਗੇ ਸੁਣ ਸੁਣ ਹੋਵੇ। ਜਿਨ੍ਹਾਂ ਨੇ ਕੰਨਾਂ ਦੇ ਦੁਆਰਾ ਸੁਣਿਆ ਸਰੀਰ ਕਰਕੇ, ਔਰ ਫਿਰ ਉਹ ਸੁਣਨ ਦੇ ਨਾਲ ਨਾਲ ਮਨ ਕਰਕੇ ਵੀ ਸੁਣਦੇ ਪਏ। ਮਨ ਵੀ ਨਾਲ ਹੀ ਲਗਾਇਆ ਹੋਇਆ ਹੈ। ਜਿਹੜੇ ਐਸੇ ਗੁਰਮੁਖ ਸੁਣਦੇ ਪੈ ਮਨ ਕਰਕੇ ਸਰੀਰ ਦੇ ਨਾਲ ਸੁਣ ਸੁਣ ਹੋਵੇ ਪਰਮ ਗਤ ਮੇਰੀ। ਕੇਵਲ ਮੋਕਸ਼ ਨੂੰ ਪ੍ਰਾਪਤ ਹੋ ਜਾਣ। ਅਗਲਾ ਬਚਨ ਮਹਾਰਾਜ ਜੀਆਂ ਦਾ ਜਲਨ ਬੁਝੀ ਸੀਤਲ ਹੋਏ ਮਹਿਮਾ। ਇਹ ਜਿਹੜਾ ਸਾਡਾ ਮਨ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਦਾ ਪਿਆ। ਅੱਜ ਵੀ ਮਹਾਰਾਜ ਸਾਹਿਬ ਜੀਆਂ ਨੇ ਆਪਾਂ ਨੂੰ ਦਾਤ ਬਖਸ਼ਿਸ਼ ਕਰਨੀ ਹੈ। ਭਾਏ ਬੁਲੰਦੜੀ ਬੁਝ ਗਈ ਰਖੰਦੜੋ ਪ੍ਰਭਿਆ। ਇਹ ਜਿਹੜੀ ਤ੍ਰਿਸ਼ਨਾ ਦੀ ਅੱਗ ਬਲਦੀ ਹੁੰਦੀ ਹੈ ਨਾ ਗੁਰਮੁਖੋ, ਕਿਸੇ ਦੀ ਸ਼ਾਨ ਨਹੀਂ ਹੋਈ। ਇਹ ਗੱਲ ਵੱਖਰੀ ਹੈ ਕਿ ਇੱਕ ਦੂਜੇ ਤੋਂ ਪਰਦਾ ਹੋ ਜਾਂਦਾ ਹੈ। ਅਸੀਂ ਸੋਚਦੇ ਹਾਂ ਵੀ ਇਹ ਬੰਦਾ ਤ੍ਰਿਸ਼ਨਾ ਦੀ ਅੱਗ ਤੋਂ ਬਚਿਆ, ਪਰ ਤ੍ਰਿਸ਼ਨਾ ਦੀ ਅੱਗ ਸਾਰਿਆਂ ਨੂੰ, ਕੋਈ ਨਹੀਂ ਬਚਿਆ। ਭਾਵੇਂ ਕੋਈ ਰਾਜਾ, ਭਾਵੇਂ ਕੋਈ ਮਹਾਰਾਜਾ। ਕਿਸੇ ਦੀ ਤ੍ਰਿਸ਼ਨਾ ਥੋੜੀ ਹੈ, ਕਿਸੇ ਦੀ ਬਹੁਤੀ, ਪਰ ਹੈ ਸਾਰਿਆਂ ਨੂੰ। ਮਹਾਰਾਜ ਕਹਿਣ ਲੱਗੇ ਤ੍ਰਿਸ਼ਨਾ ਦੀ ਅੱਗ ਸਾੜਦੀ ਪਈ ਹੈ, ਜਲਨ ਬੁਝੀ। ਪਰ ਜਿਸ ਵੇਲੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਬਚਨ ਸਰਵਣ ਕਰੇਗਾ, ਉਸ ਵੇਲੇ ਤੇਰੀ ਇਹ ਤ੍ਰਿਸ਼ਨਾ ਦੀ ਅੱਗ ਬੁਝ ਜਾਏ। ਜਲਨ ਬੁਝੀ ਸੀਤਲ ਹੋਏ ਮਨਵਾ। ਮਨਵਾ ਕਹੀਏ ਤੇਰਾ ਮਨ, ਇਹ ਤੇਰਾ ਮਨ ਸੀਤਲ ਹੋ ਜਾਏ, ਠੰਡਾ ਹੋ ਜਾਏ। ਇਹ ਮਨ ਫਿਰ ਭਟਕੇਗਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਲਨ ਬੁਝੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ। ਇਹ ਸਾਰੀਆਂ ਦਾਤਾਂ ਗੁਰਮੁਖੋ ਗੁਰੂ ਦੇ ਦਰਸ਼ਨ ਵਿੱਚੋਂ ਪ੍ਰਾਪਤ ਹੁੰਦੀਆਂ। ਜਿਨ੍ਹਾਂ ਨੇ ਪਾਪਾਂ ਦੇ ਨਾਲ ਗੁਰੂ ਦਾ ਗੁਜ਼ਾਰਾ ਕੀਤਾ, ਗੁਰੂ ਦੇ ਬਚਨ ਸੁਣੇ ਨੇ, ਮੰਨੇ ਨੇ, ਉਹਨਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ। ਸੋ ਸਤਿਗੁਰੂ ਜੀ ਅੰਮ੍ਰਿਤ ਵੇਲੇ ਦਾ ਉਪਦੇਸ਼ ਕਿਵੇਂ ਬਖਸ਼ਿਸ਼ ਕਰਦੇ, ਉਹ ਬਚਨ ਆਪਾਂ ਹੁਣ ਸਰਵਣ ਕਰਦੇ ਹਾਂ। ਮਨ ਦਾ ਧਿਆਨ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਦਇਆ ਕਰਨੰ ਦੁਖ ਹਰਨੰ ਉਚਰਨ ਨਾਮ ਕੀਰਤਨ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਕਹਿਣ ਲੱਗੇ ਉਹ ਪਰਮਾਤਮਾ ਦਇਆ ਕਰਦਾ, ਉਹ ਦਇਆ ਕਰਦਾ, ਉਹਦੀ ਦਇਆ ਹੈ ਤੇ ਤੇਰੀ ਪਾਲਣਾ ਹੋ ਰਹੀ ਹੈ। ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਚਨ ਲਿਖਿਆ ਹੈ, ਕਹਿਣ ਲੱਗੇ ਭੂਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੈ ਦੀਨ ਦਿਆਲ ਦਇਆ ਨਿਧ। ਇਹ ਬਚਨ ਹੈ ਨਾ ਮਹਾਰਾਜ ਜੀਆਂ ਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਰਮਾਤਮਾ ਤੇਰੇ ਦੋਸ਼ ਵੇਖਦਾ, ਤੇਰੇ ਗੁਨਾਹ ਵੇਖਦਾ। ਤੂੰ ਅੱਜ ਕਿੰਨੇ ਪਾਪ ਕੀਤੇ, ਤੂੰ ਅੱਜ ਕਿੰਨਿਆਂ ਦੀ ਰੋਟੀ ਖਰਾਬ ਕੀਤੀ ਹੈ, ਕਿੰਨਿਆਂ ਦੀ ਅੱਜ ਭਾਨੀ ਮਾਰੀ ਹੈ, ਕਿੰਨਿਆਂ ਨੂੰ ਦੁੱਖ ਦਿੱਤਾ, ਕਿੰਨਿਆਂ ਦੀਆਂ ਬਦਦੁਆਵਾਂ ਲਈਆਂ। ਇਹ ਸਾਰਾ ਕੁਝ ਵੇਖਣ ਤੋਂ ਮਗਰੋਂ ਵੀ ਉਹ ਪਰਮਾਤਮਾ ਤੇਰੇ ਤੇ ਦਇਆ ਕਰਦਾ ਵੀ ਤੈਨੂੰ ਜਿਹੜੇ ਇਹ ਜ਼ਿੰਦਗੀ ਉਹ ਦਈ ਆਉਂਦਾ। ਜ਼ਿੰਦਗੀ ਤੇਰੀ ਵਿੱਚ ਕਟੌਤੀ ਨਹੀਂ ਕਰਦਾ, ਤੈਨੂੰ ਜ਼ਿੰਦਗੀ ਦਈ ਜਾਂਦਾ। ਦਇਆ ਨਿਧ ਹੈ, ਉਹ ਦਇਆ ਦਾ ਖਜ਼ਾਨਾ ਹੈ। ਤੇਰੇ ਔਗਣ ਵੇਖਦਿਆਂ ਹੋਇਆਂ ਵੀ ਤੈਨੂੰ ਉਹ ਪਾਲਦਾ ਪਿਆ ਹੈ। ਇਹ ਹੈ ਉਹਦੀ ਦਇਆ। ਤੇ ਜੇ ਪਰਮਾਤਮਾ ਇਹ ਵੇਖਣ ਲੱਗ ਪਵੇ ਨਾ ਵੀ ਇਹ ਬੰਦੇ ਨੇ ਇਹਨੇ ਪਾਪ ਕੀਤੇ, ਇਹਨੂੰ ਇਹਦਾ ਨਾਲ ਹੀ ਦਾ ਫਲ ਦੇ ਦੇ, ਤੇ ਗੁਰਮੁਖੋ ਪੂਰੀ ਦੁਨੀਆ ਭੁੱਖੀ ਸੌ ਜਾਏਗੀ, ਪੂਰੀ ਦੁਨੀਆ ਦੁਖੀ ਹੋ ਜਾਏਗੀ। ਇਹ ਉਹਦੀ ਦਇਆ ਦੀ ਆਪਾਂ ਪਾਤਰ ਹਾਂ ਕਿ ਗੁਨਾਹ ਤੇ ਭਾਵੇਂ ਬੜੇ ਕਰਦੇ ਆ, ਪਰ ਸਾਡੇ ਗੁਨਾਹਾਂ ਨੂੰ ਮਾਫ ਕਰ ਦਿੰਦਾ, ਦਇਆ ਕਰਦਾ। ਉਹਦਾ ਸਰੂਪ ਹੀ ਦਇਆ ਵਾ।
ਗੁਰਮੁਖੋ ਇਤਿਹਾਸ ਦੇ ਵਿੱਚ ਬਚਨ ਹੁੰਦਾ ਹੈ ਕਿ ਪੈਂਦੇ ਖਾਨ ਨਾਮ ਦਾ ਇੱਕ ਪਠਾਨ ਜਿਹੜਾ ਸਤਿਗੁਰਾਂ ਨੇ ਪਾਲਿਆ। ਸਾਖੀ ਬੜੀ ਲੰਮੀ ਹੈ, ਆਪਾਂ ਕੇਵਲ ਸਮਝਣ ਵਾਸਤੇ ਇੱਥੇ ਟੂਕ ਮਾਤਰ ਬਚਨ ਕਰਾਂਗੇ। ਸਤਿਗੁਰਾਂ ਦੇ ਕੋਲੋਂ ਪਲ ਕੇ ਗੁਰੂ ਘਰ ਦਾ ਖਾ ਕੇ ਗੁਰੂ ਘਰ ਦੇ ਵਿੱਚ ਰਹਿ ਕੇ ਤੇ ਸਾਰਾ ਭੇਦ ਜਾ ਕੇ ਸ਼ਾਹਜਹਾਨ ਬਾਦਸ਼ਾਹ ਨੂੰ ਦੇ ਕੇ ਤੇ ਉਹਦੀ ਫੌਜ ਦਾ ਕਮਾਂਡਰ ਬਣ ਕੇ ਸਤਿਗੁਰਾਂ ਦੇ ਉੱਪਰ ਹਮਲਾ ਕਰਨ ਵਾਸਤੇ ਆ ਗਿਆ। ਮੰਨ ਲਓ ਕਿ ਸਾਡੇ ਜੀਵਨ ਵਿੱਚ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਵੇ, ਕੋਈ ਸਾਡੇ ਨਾਲ ਰਹਿੰਦਾ ਹੋਵੇ, ਕਿਸੇ ਨੂੰ ਅਸੀਂ ਪਾਲਿਆ ਤੇ ਸਾਡੇ ਨਾਲ ਉਹ ਬੰਦਾ ਐਸਾ ਦਗਾ ਕਰੇ, ਅਸੀਂ ਉਹਨੂੰ ਕਦੇ ਮਾਫ ਨਹੀਂ ਕਰਾਂਗੇ। ਸਾਡੇ ਮਨ ਦੇ ਵਿੱਚ ਉਹਦੇ ਪ੍ਰਤੀ ਕੁੜਕਤਨ ਹੋਵੇਗੀ, ਯਾਰ ਹੋਵੇਗਾ, ਜੀ ਕਰੇਗਾ ਵੀ ਇਹਨੂੰ ਹੁਣੇ ਨਸ਼ਟ ਕਰ ਦਈਏ, ਇਹਨੇ ਸਾਡੇ ਨਾਲ ਇਹ ਕੁਝ ਕੀਤਾ। ਤੇ ਗੁਰਮੁਖੋਂ ਪੈਂਦੇ ਖਾਨ ਨੇ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਮਹਾਰਾਜ ਜੀਆਂ ਦੇ ਨਾਲ ਬਿਲਕੁਲ ਇਸੇ ਤਰ੍ਹਾਂ ਹੀ ਕੀਤਾ। ਗੁਰੂ ਘਰ ਵਿੱਚ ਰਹਿ ਗਏ, ਮਹਾਰਾਜ ਦੇ ਹੱਥੋਂ ਪਲ ਕੇ ਤੇ ਸਤਿਗੁਰਾਂ ਦੇ ਉਲਟੀ ਫੌਜ ਲੈ ਕੇ ਆਏ। ਜੰਗ ਦੇ ਮੈਦਾਨ ਦੇ ਵਿੱਚ ਜੰਗ ਹੋਇਆ ਤੇ ਪੈਂਦੇ ਖਾਨ ਜਿਹੜਾ ਸੀ ਸਤਿਗੁਰਾਂ ਨੇ ਮੱਥੇ ਤੇ ਢਾਲ ਮਾਰ ਕੇ ਥੱਲੇ ਸੁੱਟਿਆ। ਜਦੋਂ ਸੁੱਟਿਆ ਨਾ ਮਹਾਰਾਜ ਨੇ ਤੇ ਚਾਹੁੰਦੇ ਤੇ ਹੁਣ ਨਾਲ ਹੀ ਤਲਵਾਰ ਦਾ ਵਾਰ ਕਰਕੇ ਤੇ ਖਤਮ ਵੀ ਕਰ ਸਕਦੇ, ਪਰ ਜੰਗ ਦੇ ਮੈਦਾਨ ਦੇ ਵਿੱਚ ਵੀ ਮਹਾਰਾਜ ਦੇ ਕੋਲ ਦਇਆ ਹੀ ਹੈ। ਕਹਿਣ ਲੱਗੇ ਪੈਂਦੇ ਖਾਨ ਤੇਰਾ ਅੰਤਲਾ ਸਮਾਂ ਆ ਗਿਆ ਤੇ ਪੁੱਤਰਾ ਰੱਬ ਨੂੰ ਯਾਦ ਕਰ, ਅੱਲਾ ਨੂੰ ਯਾਦ ਕਰ, ਕਿਉਂਕਿ ਅੰਤ ਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਲੋਚਨ ਤੇ ਨਰ ਨਰਦਾ ਪੀਤਾੰਬਰ ਵਾਂਗੈ ਹਿਰਦੈ। ਭਗਤ ਤਰਲੋਚਨ ਜੀ ਕਹਿਣ ਲੱਗੇ, ਭਗਤ ਗੁਰਬਾਣੀ ਵਿੱਚ ਇਹ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਬੰਦਾ ਮਰਨ ਵੇਲੇ ਰੱਬ ਨੂੰ ਚੇਤੇ ਕਰ ਲਵੇ, ਪਰਮਾਤਮਾ ਉਹਦੀ ਮੁਕਤੀ ਕਰ ਦਿੰਦਾ। ਸਤਿਗੁਰਾਂ ਨੇ ਪਾਲਿਆ, ਮਹਾਰਾਜ ਤੇ ਫੌਜ ਚੜਾ ਕੇ ਲਿਆਇਆ, ਮਹਾਰਾਜ ਨੂੰ ਮਾਰਨਾ ਚਾਹੁੰਦਾ, ਸਤਿਗੁਰਾਂ ਦੇ ਪਰਿਵਾਰ ਨੂੰ ਖਤਮ ਕਰਨਾ ਚਾਹੁੰਦਾ, ਕੱਲਾ ਚਾਹੁੰਦਾ ਨਹੀਂ, ਕਰਦਾ ਵੀ ਪਿਆ। ਸਾਹਮਣੇ ਆ ਕੇ ਲੜ ਪਿਆ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ, ਸਤਿਗੁਰਾਂ ਨੇ ਢਾਂਗਾ ਮਾਰ ਕੇ ਥੱਲੇ ਸੁੱਟਿਆ। ਫਿਰ ਵੀ ਮਹਾਰਾਜ ਦੇ ਮਨ ਵਿੱਚ ਦਇਆ ਹੈ, ਇਹਨੂੰ ਅਸੀਂ ਪਾਲਿਆ, ਇਹ ਸਾਡੇ ਕੋਲ ਰਿਹਾ, ਇਹਨੂੰ ਅਸੀਂ ਪੁੱਤਰਾਂ ਦੇ ਸਮਾਨ ਸਮਝਿਆ। ਤੇ ਗੁਰਮੁਖੋ ਇਹ ਗੱਲ ਕੋਈ ਆਤਕਥਨੀ ਨਹੀਂ ਹੈ। ਕੋਈ ਸਿੱਖ ਪੰਜ ਵਸਤੂਆਂ ਲੈ ਕੇ ਆਇਆ ਮਹਾਰਾਜ ਦੇ ਵਾਸਤੇ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਇਹ ਪੰਜ ਤੋਹਫੇ ਮੈਂ ਤੁਹਾਨੂੰ ਭੇਟ ਕੀਤੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਇੱਕ ਬਾਜ ਦਿੱਤਾ। ਕਹਿਣ ਲੱਗੇ ਲੈ ਪੁੱਤਰਾ ਬਾਜ ਤੂੰ ਲੈ ਲੈ। ਪੁੱਤਰ ਨੂੰ ਬਾਜ ਦਿੱਤਾ ਤੇ ਪੈਂਦੇ ਖਾਨ ਨੂੰ ਮਹਾਰਾਜ ਨੇ ਘੋੜਾ ਦਿੱਤਾ। ਕਹਿਣ ਲੱਗੇ ਲੈ ਘੋੜਾ ਤੂੰ ਲੈ ਲੈ। ਘੋੜਾ ਦਿੱਤਾ ਤੇ ਇੱਕ ਨਾਲ ਮਹਾਰਾਜ ਨੇ ਖੰਡਾ ਦਿੱਤਾ। ਕਹਿਣ ਲੱਗੇ ਲੈ ਖੰਡਾ ਵੀ ਗਲ ਵਿੱਚ ਪਾਇਆ ਕਰ, ਤੂੰ ਸੂਰਮਾ। ਖੰਡਾ ਦਿੱਤਾ। ਤੀਜੀ ਵਸਤੂ ਮਹਾਰਾਜ ਨੇ ਪੁਸ਼ਾਕ ਦਿੱਤੀ, ਇੱਕ ਬੜੀ ਸੋਹਣੀ ਵਰਦੀ ਕੋਈ ਬਣਾ ਕੇ ਲੈ ਕੇ ਆਇਆ। ਪੁੱਤਰ ਨੂੰ ਬਾਜ ਦਿੱਤਾ, ਇੱਕੋ ਵਸਤੂ ਦਿੱਤੀ। ਪੈਂਦੇ ਖਾਨ ਨੂੰ ਤਿੰਨ ਵਸਤੂਆਂ ਦਿੱਤੀਆਂ, ਘੋੜਾ ਵੀ ਦਿੱਤਾ, ਖੰਡਾ ਵੀ ਦਿੱਤਾ ਤੇ ਗਲ ਵਿੱਚ ਪਾਉਣ ਵਾਲੀ ਪੁਸ਼ਾਕ ਵੀ ਦਿੱਤੀ। ਇਹ ਸਾਖੀ ਇਹ ਗੱਲ ਕਹਿੰਦੀ ਹੈ ਨਾ ਕਿ ਮਹਾਰਾਜ ਪੈਂਦੇ ਖਾਨ ਨੂੰ ਪੁੱਤਰਾਂ ਨਾਲੋਂ ਵੀ ਵੱਧ ਜਾਂ ਪੁੱਤਰਾਂ ਜਿੰਨਾ ਜ਼ਰੂਰ ਪਿਆਰ ਕਰਦੇ, ਬਰਾਬਰ ਹੀ ਤੋਹਫੇ ਮਿਲਦੇ ਪੈਂਦੇ ਖਾਨ। ਇਸ ਤਰ੍ਹਾਂ ਪਾਲਿਆ ਮਹਾਰਾਜ ਨੇ ਪੈਂਦੇ ਖਾਨ ਨੂੰ ਦੇ ਦੇ ਕੇ ਵਸਤੂਆਂ ਦੇ ਨਾਲ। ਪਰ ਉਹੀ ਪੈਂਦੇ ਖਾਨ ਮਹਾਰਾਜ ਤੇ ਫੌਜ ਚੜਾ ਕੇ ਆਪ ਫੌਜ ਦਾ ਜਰਨੈਲ ਬਣ ਕੇ ਆਇਆ। ਤੇ ਗੁਰਮੁਖੋ ਸਤਿਗੁਰਾਂ ਨੂੰ ਮਾਰਨਾ ਚਾਹੁੰਦਾ। ਮਹਾਰਾਜ ਘੋੜੇ ਤੇ ਚੜੇ ਹੋਏ ਤੇ ਘੋੜੇ ਨੂੰ ਧੱਕਾ ਮਾਰ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਥੱਲੇ ਸੁੱਟਣਾ ਚਾਹੁੰਦਾ। ਇੰਨੀ ਨਰਾਦਰੀ ਔਰ ਮਹਾਰਾਜ ਦਾ ਕਤਲ ਵੀ ਕਰਨਾ ਚਾਹੁੰਦਾ। ਮਨ ਦੀ ਇੱਛਾ ਹੈ ਹੋਈ। ਇਹ ਤੇ ਵੱਖਰੀ ਗੱਲ ਹੈ ਵੀ ਉਹਦਾ ਦਾਅ ਨਹੀਂ ਲੱਗਾ, ਪਰ ਉਹ ਤੇ ਆਪਣੇ ਮਨਸੂਬੇ ਵਿੱਚ ਕਾਮਯਾਬ ਹੋਣਾ ਚਾਹੁੰਦਾ। ਸਤਿਗੁਰਾਂ ਨੇ ਢਾਲ ਇਹਦੇ ਮੱਥੇ ਤੇ ਮਾਰੀ, ਗਸ਼ ਖਾ ਕੇ ਧਰਤੀ ਤੇ ਡਿੱਗ। ਤੇ ਫਿਰ ਵੀ ਮਹਾਰਾਜ ਦੇ ਮਨ ਵਿੱਚ ਦਇਆ ਹੈ, ਇਹਨੂੰ ਪਾਲਿਆ। ਸਤਿਗੁਰੂ ਕਹਿਣ ਲੱਗੇ ਪੈਂਦਿਆ ਯਾਦ ਕਰ ਖੁਦਾ ਨੂੰ, ਕਿਉਂਕਿ ਤੂੰ ਮੁਸਲਮਾਨ ਹੈ, ਆਪਣੇ ਧਰਮ ਦੇ ਪੈਗੰਬਰ ਨੂੰ ਯਾਦ ਕਰ। ਮੌਤ ਸੌਖੀ ਹੋਵੇਗੀ, ਅੰਤ ਵੇਲੇ ਨਰਕਾਂ ਦੀ ਮਾਰ ਤੋਂ ਬਚ ਜਾਏਗਾ। ਅੰਤ ਕਾਲ ਨਾਰਾਇਣ ਸਿਮਰੈ। ਵੱਡਿਆਂ ਗੁਰਾਂ ਦੀ ਬਾਣੀ ਇਹ ਕਹਿੰਦੀ ਹੈ ਵੀ ਮਰਨ ਵੇਲੇ ਵੀ ਰੱਬ ਚੇਤੇ ਆ ਗਿਆ ਤਾਂ ਵੀ ਪ੍ਰਮਾਤਮਾ ਮਿਲ ਜਾਂਦਾ। ਇੱਥੇ ਬਚਨ ਆ ਗਿਆ, ਸਤਿਗੁਰੂ ਕਹਿਣ ਲੱਗੇ ਦਇਆ ਕਰ, ਗੁਰੂ ਤੇ ਹਰ ਵੇਲੇ ਦਇਆ ਕਰ।
ਸਾਡੇ ਤੇ ਵੀ ਦਇਆ ਕਰ, ਦੋਖਣ ਦੇਖਤ ਹੈ, ਸਾਡੇ ਦੋਸ਼ ਵੇਖਦਾ, ਸਾਡੇ ਗੁਨਾਹ ਦੇਖਦਾ, ਪਰ ਸਾਨੂੰ ਦਿੰਦਾ ਪਿਆ, ਇਹ ਸਾਡੇ ਤੇ ਦਇਆ ਕੀਤੀ। ਦੋਸ਼ ਵੇਖ ਲਿਆ ਕਹਿੰਦੇ ਖਾਂਦਾ ਵੀ ਇਹ ਸਾਡਾ ਦੁਸ਼ਮਣ ਬਣ ਕੇ ਆ ਗਿਆ, ਉੱਤੇ ਵੀ ਦਇਆ ਕੀਤੀ ਹੈ। ਕਹਿਣ ਲੱਗੇ ਰੱਬ ਨੂੰ ਯਾਦ ਕਰ, ਮੌਤ ਸੌਖੀ ਹੋਵੇਗੀ, ਜਮਾਂ ਦੀ ਮਾਰ ਤੋਂ ਬਚੇ। ਐਸਾ ਉਹਦਾ ਸਰੂਪ ਹੈ ਪਰਮਾਤਮਾ ਦਾ। ਸਤਿਗੁਰੂ ਕਹਿਣ ਲੱਗੇ ਦਇਆ ਕਰਨਾ, ਉਹ ਦਇਆ ਕਰਦਾ ਹਰ ਵੇਲੇ। ਤੇ ਦੂਜਾ ਬਚਨ ਮਹਾਰਾਜ ਨੇ ਕੀਤਾ, ਦੁੱਖ ਹਰਨਾ। ਜਿਹੜੇ ਤੇਰੇ ਸਰੀਰ ਤੇ ਆਉਣ ਵਾਲੇ ਦੁੱਖ, ਤੇਰੇ ਮਨ ਨੂੰ ਲੱਗੇ ਹੋਏ ਦੁੱਖ, ਤੇਰੇ ਪਰਿਵਾਰ ਨੂੰ ਲੱਗੇ ਹੋਏ ਦੁੱਖ, ਇਹਨਾਂ ਸਾਰਿਆਂ ਦੁੱਖਾਂ ਨੂੰ ਹਰਨ ਕਹੀਏ ਉਹ ਨਾਸ ਕਰ ਸਕਦਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇਹ ਦੁੱਖ ਨੇ ਸਾਰੇ। ਵਿਛੜਨ ਦਾ ਵੱਡਾ ਦੁੱਖ ਹੈ, ਜਦੋਂ ਆਪਣਿਆਂ ਦੇ ਨਾਲੋਂ ਆਪਣੇ ਵਿਛੜਦੇ ਨੇ ਦੁੱਖ ਹੈ, ਪਰ ਪਰਮਾਤਮਾ ਚਾਹੇ ਤੇ ਇਹ ਦੁੱਖ ਦੂਰ ਕਰ ਦਿੰਦਾ, ਉਹ ਵਿਛੜਨ ਨਹੀਂ ਦਿੰਦਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਉਹ ਦੂਜਾ ਦੁੱਖ ਦੁਨੀਆ ਦਾ ਭੁੱਖ ਮੰਨਿਆ ਗਿਆ। ਤੇ ਪਰਮਾਤਮਾ ਕਿਰਪਾ ਕਰੇ ਤੇ ਭੁੱਖ ਦਾ ਦੁੱਖ ਵੀ ਰਹਿ ਨਹੀਂ ਦਿੰਦਾ, ਰਿਜ਼ਕ ਦੇ ਭੰਡਾਰੇ ਭਰ ਦਿੰਦਾ। ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਾਮ। ਹੁਣ ਜਮਾਂ ਦੀ ਮਾਰ ਪੈਣੀ, ਇਹ ਵੀ ਤੇ ਦੁੱਖ ਹੈ। ਗੁਰੂ ਕਿਰਪਾ ਕਰੇ ਜਮਾਂ ਦੀ ਮਾਰ ਵੀ ਨਹੀਂ ਪਵੇਗੀ, ਇਹ ਵੀ ਦੁੱਖ ਮਹਾਰਾਜ ਟਾਲ ਦੇਣਗੇ, ਦੂਰ ਕਰ ਦੇਣਗੇ। ਇਹ ਗੁਰੂ ਦੀ ਬਖਸ਼ਿਸ਼ ਹੈ। ਇੱਕ ਦੁੱਖ ਰੋਗ ਲੱਗਿਆ ਤਾਂ ਧਾਏ, ਸਰੀਰ ਨੂੰ ਗੁਰਮੁਖੋ ਕੋਈ ਨਾਮ ਰਾਤ ਬਿਮਾਰੀ ਲੱਗ ਜਾਏ, ਦਵਾਈ ਖਾਣੀ ਪੈਂਦੀ ਹੈ, ਪੀੜ ਦੇ ਨਾਲ ਹਾਏ ਹਾਏ ਵਿਅਕਤੀ ਕਰਦਾ ਬੜਾ ਦੁਖੀ ਹੈ। ਪਰ ਜੇ ਗੁਰੂ ਕਿਰਪਾ ਕਰੇ ਤੇ ਤੁਹਾਨੂੰ ਲੱਗਾ ਰੋਗ ਵੀ ਮਹਾਰਾਜ ਦੂਰ ਕਰ ਦਿੰਦੇ, ਦਵਾਈ ਬੂਟੀ ਦੀ ਲੋੜ ਨਹੀਂ, ਪੀੜਾ ਖਤਮ ਹੋ ਜਾਂਦੀ ਹੈ। ਵੈਦ ਨਾ ਭੋਲੇ ਦਾਰੂ ਲਾਏ, ਇਹ ਮਹਾਰਾਜ ਦੇ ਬਚਨ ਨੇ। ਸਤਿਗੁਰੂ ਦੁੱਖ ਹਰਨਾ, ਕਿਸੇ ਵੀ ਤਰ੍ਹਾਂ ਦਾ ਦੁੱਖ ਆ ਗਿਆ ਉਹਨੂੰ ਨਾਸ ਕਰਨ ਦੀ ਸਮਰੱਥਾ ਰੱਖਦਾ ਹੈ। ਇਤਿਹਾਸ ਦੇ ਵਿੱਚ ਕਈ ਬਚਨ ਆ ਜਾਂਦੇ। ਵਜ਼ੀਰ ਖਾਨ ਨਾਮ ਦਾ ਵਿਅਕਤੀ ਆਇਆ ਗੁਰੂ ਅਰਜਨ ਦੇਵ ਪਾਤਸ਼ਾਹ ਦੇ। ਸਤਿਗੁਰੂ ਜਲੋਤਰ ਦਾ ਰੋਗ ਹੈ, ਮੈਂ ਬੜਾ ਤੰਗ ਹਾਂ, ਆਪਣੀ ਕਿਰਪਾ, ਪੇਟ ਵਿੱਚ ਪਾਣੀ ਭਰ ਕੇ ਦਰਦ ਹੁੰਦੀ, ਹਰ ਵੇਲੇ ਖਾ ਪੀ ਕੁਝ ਨਹੀਂ ਸਕਦਾ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਹਦਾ ਦੁੱਖ ਬਾਬਾ ਬੁੱਢਾ ਸਾਹਿਬ ਜੀ ਦੇ ਰਾਹੀਂ ਉਹਦੇ ਪੇਟ ਤੇ ਟੋਕਰੀ ਮਰਵਾ ਕੇ ਮਿੱਟੀ ਵਾਲੀ ਉਹਦਾ ਰੋਗ ਦੂਰ ਕਰ ਦਿੱਤਾ, ਦੁੱਖ ਦੂਰ ਕਰ ਦਿੱਤਾ। ਸਤਿਗੁਰੂ ਕਹਿਣ ਲੱਗੇ ਦਇਆ ਕਰਨਾ, ਦੁੱਖ ਹਰਨਾ। ਕਿਸੇ ਤਰ੍ਹਾਂ ਦਾ ਵੀ ਦੁੱਖ ਹੋਵੇ, ਸਰੀਰ ਨੂੰ ਲੱਗਾ ਹੋਵੇ, ਤੇ ਸਤਿਗੁਰੂ ਉਹਨੂੰ ਵੀ ਦੂਰ ਕਰ ਦਿੰਦੇ। ਅਸੀਂ ਸਮਰੱਥਾ ਰੱਖਦੇ ਹਾਂ। ਉਚਨੰ ਨਾਮ ਕੀਰਤਨ ਹੈ, ਜਿਨ੍ਹਾਂ ਨੇ ਉਹਦੀ ਕੀਰਤੀ ਨੂੰ ਉਚਾਰਿਆ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ ਹੈ, ਮੇਰੀ ਜ਼ੁਬਾਨ ਪਰਮਾਤਮਾ ਦੀ ਕੀਰਤੀ ਕਰ। ਜਿਨ੍ਹਾਂ ਗੁਰਮੁਖਾਂ ਨੇ ਉਹਦੇ ਨਾਮ ਦੀ ਕੀਰਤੀ ਨੂੰ ਕੀਤਾ ਹੈ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਨਾਂ ਦੇ ਦੁੱਖ ਉਹਨੇ ਦੂਰ ਕਰ ਦਿੱਤੇ, ਉਹਨਾਂ ਦੇ ਉੱਪਰ ਦਇਆ ਕੀਤੀ ਹੈ। ਜਿਨ੍ਹਾਂ ਨੇ ਐਸੇ ਨਾਮ ਨੂੰ ਜਪਿਆ, ਨਾਮ ਜਪ ਕੇ ਦਾਤਾ ਜਿਨ੍ਹਾਂ ਗੁਰਮੁਖਾਂ ਨੂੰ ਪ੍ਰਾਪਤ ਹੋਇਆ। ਸਤਿਗੁਰੂ ਜੀ ਇਹ ਸ਼ਲੋਕ ਫਿਰ ਬਖਸ਼ਿਸ਼ ਕਰਦੇ ਹਨ। ਦਇਆ ਕਰਨੰ ਦੁਖ ਹਰਨੰ, ਉਚਰਨ ਨਾਮ ਕੀਰਤਨ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਜੋ ਦੁੱਖਾਂ ਨੂੰ ਹਰਨ ਕਹੀਏ, ਨਾਸ ਕਰਨ ਵਾਲਾ ਪਰਮਾਤਮਾ, ਉਹਦੇ ਕੀਰਤਨ ਨੂੰ ਉਚਾਰਿਆ। ਜਦੋਂ ਉਹਦੇ ਕੀਰਤੀ ਨੂੰ ਉਚਾਰੇਗਾ, ਉਹ ਤੇਰੇ ਤੇ ਦਇਆ ਕਰੇਗਾ। ਕਰ ਦਇਆ ਲੜ ਲਾਏ ਲੀਜੀਏ। ਅਸੀਂ ਵਿਛੜੇ ਹੋਏ ਨਾ ਪਰਮਾਤਮਾ ਗੁਰੂ ਦੇ ਨਾਲ, ਜਦੋਂ ਦਇਆ ਕਰੇਗਾ ਆਪਣੇ ਲੜ ਲਾ ਲਵੇਗਾ, ਪੱਲੇ ਲਾ ਲਵੇਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਦੀ ਕੀਰਤੀ ਨੂੰ ਕਰ, ਉਹ ਤੇਰੇ ਤੇ ਦਇਆ ਕਰੇਗਾ, ਤੇਰੇ ਦੁੱਖਾਂ ਨੂੰ ਦੂਰ ਕਰਕੇ ਆਪਣੇ ਪੱਲੇ ਨਾਲ ਜੋੜ ਲੈਂਦਾ ਹੈ। ਦਇਆਲ ਪੁਰਖ ਭਗਵਾਨ, ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਪਰਮਾਤਮਾ ਗੁਰਮੁਖੋ ਬੜਾ ਦਿਆਲੂ ਹੈ। ਜਿਹਦੇ ਤੇ ਉਹ ਦਇਆ ਕਰਦਾ ਹੈ, ਉਹ ਭਗਵਾਨ ਪੁਰਖ ਜੋ ਪਰਮਾਤਮਾ ਹੈ। ਨਾਨਕ ਲਿਪਤ ਨਾ ਮਾਇਆ, ਉਹਨਾਂ ਗੁਰਮੁਖਾਂ ਦੇ ਉੱਪਰ ਇਹ ਮਾਇਆ ਜਿਹੜੀ ਹੈ ਇਹ ਲੁਪਾਏਮਾਨ ਨਹੀਂ ਹੁੰਦੀ। ਉਹ ਮਾਇਆ ਵਿੱਚ ਲੁਪਾਏਮਾਨ ਨਹੀਂ ਹੁੰਦੀ, ਮਾਇਆ ਵਿੱਚ ਡੁੱਬਦੇ ਨਹੀਂ। ਨਾਕੋਂ ਕਾਟੀ ਕਾਨੋਂ ਕਾਟੀ ਕਾਟ ਟੁੱਟ ਹੈ ਧਾਰੀ, ਜਿਨ੍ਹਾਂ ਦੇ ਉੱਪਰ ਦੀ ਕਿਰਪਾ ਹੁੰਦੀ ਹੈ। ਮਾਇਆ ਉਹਨਾਂ ਤੇ ਪ੍ਰਭਾਵ ਨਹੀਂ ਪਾ ਸਕਦੀ, ਉਹ ਮਾਇਆ ਦੇ ਪ੍ਰਭਾਵ ਤੋਂ ਵੱਧ ਜਾਂਦੇ। ਸੋ ਐਸੀ ਬਖਸ਼ਿਸ਼ ਮਹਾਰਾਜ ਕਰਦਾ।
ਜਿਵੇਂ ਭਗਤ ਕਬੀਰ ਸਾਹਿਬ ਦੀਆਂ ਨੱਕ ਉਹਦਾ ਕੱਟ ਦਿੱਤਾ, ਕੰਨ ਕੱਟ ਦਿੱਤਾ, ਐਸੀ ਅਵਸਥਾ ਉਹਨਾਂ ਗੁਰਸਿੱਖਾਂ ਨੂੰ ਗੁਰਮੁਖਾਂ ਨੂੰ ਮਿਲ ਜਾਂਦੀ ਹੈ। ਉਹ ਮਾਇਆ ਵਿੱਚ ਲਿਪਤ ਨਹੀਂ ਹੁੰਦੇ। ਰੰਕਾ ਤੇ ਬੰਕਾ ਪਾਕਿਸਤਾਨ ਨਾ ਪਰਮਾਤਮਾ ਦੇ ਕਹਿਣ ਲੱਗੇ, ਪਰਮਾਤਮਾ ਨੇ ਇੱਕ ਵੇਲੇ ਕਰੋੜ ਜਿਹੜੇ ਸਨ ਹੀਰੇ ਮੋਤੀਆਂ ਦੇ ਕਰ ਦਿੱਤੇ, ਧਰਤੀ ਸੋਨੇ ਦੀ ਬਣਾ ਦਿੱਤੀ। ਸੋ ਉਸ ਵੇਲੇ ਇਹ ਜਿਹੜੇ ਭਗਤ ਸਨ ਦੋਨੇ ਰਸਤੇ ਤੇ ਤੁਰੇ ਹੋਏ, ਕਹਿਣ ਲੱਗੇ ਵੱਡਾ ਭਾਈ ਅੱਗੇ ਹੈ ਤੇ ਛੋਟਾ ਪਿੱਛੇ। ਵੱਡੇ ਨੇ ਵੇਖਿਆ ਵੀ ਸਾਹਮਣੇ ਮਾਇਆ ਪਈ ਹੈ, ਹੀਰੇ ਮੋਤੀ ਪਏ ਨੇ, ਪਿੱਛੇ ਮੇਰਾ ਛੋਟਾ ਭਰਾ ਤੁਰਿਆ ਹੁੰਦਾ, ਕਿਤੇ ਉਹਦੇ ਮਨ ਵਿੱਚ ਲਾਲਚ ਨਾ ਆ ਜਾਵੇ, ਕਿਤੇ ਉਹ ਹੀਰੇ ਸਮਝ ਕੇ ਜੇਬ ਵਿੱਚ ਨਾ ਪਾ ਲਵੇ, ਮਾਇਆ ਕਿਤੇ ਸਾਨੂੰ ਲੰਘ ਹੀ ਨਾ ਜਾਵੇ। ਮੈਨੂੰ ਕੀ ਕਰਨਾ ਚਾਹੀਦਾ? ਮੈਨੂੰ ਤੇ ਸਮਝ ਆ ਗਈ ਹੈ ਵੀ ਇਹ ਮਾਇਆ ਪਈ ਹੈ, ਹੀਰੇ ਪਏ ਨੇ, ਸੋਨਾ ਪਿਆ ਹੋਇਆ, ਪਰ ਛੋਟਾ ਭਾਈ ਤੇ ਛੋਟਾ ਹੈ, ਹੋ ਸਕਦਾ ਉਹਦਾ ਮਨ ਕਿਤੇ ਫਿਰ ਨਾ ਜਾਵੇ, ਅਸੀਂ ਰੱਬ ਦੇ ਭਗਤਾਂ। ਵੱਡਾ ਭਾਈ ਚੁੱਕੇ ਤੇ ਉਹਨਾਂ ਹੀਰਿਆਂ ਦੇ ਉੱਪਰ ਮਿੱਟੀ ਪਾਉਣ ਲੱਗਾ। ਮੈਂ ਮਿੱਟੀ ਦੇ ਨਾਲ ਢੱਕ ਦਿਆਂ, ਛੋਟਾ ਲੰਘੇਗਾ ਤੇ ਉਹਨੂੰ ਪਤਾ ਨਹੀਂ ਲੱਗੇਗਾ, ਤੇ ਆਪੇ ਲੰਘ ਜਾਵੇਗਾ, ਮਾਇਆ ਤੋਂ ਬਚ ਜਾਏਗਾ। ਨਾਲੇ ਮਿੱਟੀ ਪਾਉਂਦਾ ਪਿਆ, ਨਾਲੇ ਰੁੰਦਾ ਪਿਆ। ਇਹ ਮਾਇਆ ਸਾਡੇ ਸਾਹਮਣੇ ਆ ਗਈ। ਇਹਨੇ ਚਿਰ ਨੂੰ ਛੋਟਾ ਭਾਈ ਵੀ ਉੱਥੇ ਆ ਗਿਆ। ਉਹਨੇ ਪੁੱਛਿਆ, ਕਹਿਣ ਲੱਗਾ ਵੀ ਇਹ ਵੱਡੇ ਭਾਈ ਕੀ ਕਰਦੇ ਪਏ? ਤੇ ਵੱਡਾ ਭਰਾ ਕਹਿਣ ਲੱਗਾ, ਕਹਿੰਦਾ ਵੀ ਇੱਥੇ ਨਾ ਪ੍ਰਮਾਤਮਾ ਨੇ ਸਾਡੀ ਪਰਖ ਲੈਣ ਵਾਸਤੇ ਮਾਇਆ ਤੇ ਹੀਰੇ ਖਿਲਾਰੇ। ਮੈਂ ਸੋਚਿਆ ਕਿ ਤੇਰਾ ਮਨ ਕਿਤੇ ਵੇਖ ਕੇ ਲੁਭਾਏਮਾਨ ਨਾ ਹੋ ਜਾਵੇ, ਤੂੰ ਕਿਤੇ ਚੁੱਕ ਕੇ ਜੇਬ ਵਿੱਚ ਹੀ ਨਾ ਪਾ ਲਵੇਂ, ਇਸ ਕਰਕੇ ਮੈਂ ਇਹਦੇ ਮਿੱਟੀ ਪਾਉਂਦਾ। ਜਦੋਂ ਇਹ ਬਚਨ ਛੋਟੇ ਭਾਈ ਨੇ ਸੁਣਿਆ ਤੇ ਉਹਨੇ ਬੜਾ ਅਫਸੋਸ ਕੀਤਾ। ਕਹਿਣ ਲੱਗਾ, ਭਾਈ ਤੁਸੀਂ ਅਜੇ ਵੀ ਹੀਰੇ ਨੂੰ ਵੱਖਰਾ ਤੇ ਮਿੱਟੀ ਨੂੰ ਵੱਖਰਾ ਸਮਝਦੇ, ਮੈਂ ਤੇ ਮਿੱਟੀ ਤੇ ਹੀਰਾ ਬਰਾਬਰ ਹੀ ਸਮਝਦਾ। ਤੂੰ ਮਿੱਟੀ ਭਾਵੇਂ ਪਾਵੇਂ ਤੇ ਭਾਵੇਂ ਨਾ ਪਾਵੇਂ, ਮੇਰਾ ਤੇ ਹੀਰਾ ਵੇਖ ਕੇ ਮਨ ਕੀ ਮੈਨੂੰ ਤੇ ਹੀਰਾ ਵੀ ਮਿੱਟੀ ਲੱਗਦਾ ਤੇ ਸੋਨਾ ਵੀ ਮਿੱਟੀ ਲੱਗਦੀ ਹੈ। ਪਰ ਮੇਰੇ ਮਨ ਵਿੱਚ ਅੱਜ ਇੱਕ ਅਫਸੋਸ ਹੈ ਕਿ ਮੇਰੇ ਵੱਡੇ ਭਾਈ ਨੂੰ ਅਜੇ ਹੀਰੇ ਦਾ ਤੇ ਸੋਨੇ ਦਾ ਤੇ ਮਿੱਟੀ ਦਾ ਫਰਕ ਲੱਗਦਾ ਪਿਆ। ਤੇਰੇ ਮਨ ਵਿੱਚ ਇਹ ਫਰਕ ਵਾਲੀ ਗੱਲ ਆਈ ਤੇ ਆਈ ਕਿਉਂ? ਆਉਣੀ ਨਹੀਂ ਸੀ ਚਾਹੀਦੀ। ਮੇਰੇ ਮਨ ਦੇ ਵਿੱਚ ਤੇ ਹੀਰੇ, ਇਹ ਜੋ ਵੀ ਸੋਨਾ ਵਗੈਰਾ ਸਾਰੇ ਮਿੱਟੀ ਮੈਂ ਤੇ ਸਮਝੇ, ਪਰ ਤੇਰੇ ਮਨ ਵਿੱਚ ਇਹ ਗੱਲ ਆਈ ਹੈ, ਤੂੰ ਤਾਂ ਮਿੱਟੀ ਪਾਉਂਦਾ ਪਿਆ। ਪਰ ਵੱਡੇ ਭਾਈ ਤੇਰੇ ਮਨ ਵਿੱਚ ਇਹ ਗੱਲ ਆਉਣੀ ਨਹੀਂ ਸੀ ਚਾਹੀਦੀ। ਇਹ ਕਿਉਂ ਆਈ ਹੈ? ਅਜੇ ਆਪਣੇ ਵਿੱਚ ਕੁਝ ਆਈ ਹੈ। ਕਹਿਣ ਲੱਗੇ, ਇਸ ਤਰ੍ਹਾਂ ਦੇ ਜਿਹੜੇ ਭਗਤ ਨੇ, ਉਹ ਭਗਤ ਰੰਕਾ ਬੰਕਾ ਜੀ, ਪਰਮਾਤਮਾ ਨੂੰ ਜਪਣ ਵਾਲੇ, ਨਾਮ ਲੈਣ ਵਾਲੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ, ਨਾਨਕ ਲਿਪਤ ਨਾ ਮਾਇਆ। ਮਾਇਆ ਭਾਵੇਂ ਸਾਹਮਣੇ ਵੀ ਪਈ ਹੋਵੇ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਪਨੇ ਸੁਨੇ ਔਰ ਭੈ ਨਹੀਂ ਜਾਗੈ, ਕੰਚਨ ਮਾਟੀ। ਉਹ ਮਿੱਟੀ ਤੇ ਸੋਨਾ, ਉਹ ਭਗਤ ਰੰਕੇ ਬੰਕੇ ਵਾਲੀ ਸਾਖੀ ਆ ਗਈ। ਸੋਨਾ ਪਿਆ ਹੀਰੇ ਪੈ, ਮਿੱਟੀ ਜਾਣਦੇ। ਕਹਿਣ ਲੱਗੇ, ਇਹ ਉਹਨਾਂ ਦੀ ਅਵਸਥਾ ਹੈ, ਇਹ ਉਹਨਾਂ ਦੀ ਗੱਲ ਹੈ। ਗੁਰਮੁਖੋ, ਜਿਨ੍ਹਾਂ ਗੁਰੂ ਕਿਰਪਾ ਕਰਕੇ ਮਾਇਆ ਵਿੱਚ ਲੁਪਾਏਮਾਨ ਨਹੀਂ ਹੋਣ ਦਿੰਦਾ ਹੈ। ਪਾਹੇ ਬਲੰਦੜੀ ਬੁੱਝ ਗਈ, ਰਖੰਦੜੋ ਪ੍ਰਭ ਆਪ। ਬਖਸ਼ਿਸ਼ ਕਰਦੇ। ਕਹਿਣ ਲੱਗੇ, ਜਦੋਂ ਗੁਰੂ ਰਖੰਦੜੋ ਤੋਂ ਭਾਵ ਹੁੰਦਾ ਰੱਖਿਆ ਕਰਦਾ। ਰਖੰਦੜੋ ਪ੍ਰਭ ਆਪ, ਜਦੋਂ ਗੁਰੂ ਆਪ ਰੱਖਿਆ ਕਰੇ, ਪਰਮੇਸ਼ਰ ਰੱਖਿਆ ਕਰੇ, ਤੇ ਫਿਰ ਭਾਏ ਬੁਲੰਦੜੀ ਤੋਂ ਭਾਵ ਬਲਦੀ ਹੋਈ। ਤੇ ਭਾਏ ਕਹਿੰਦੇ ਗੁਰਮੁਖੋ ਅੱਗ ਨੂੰ। ਇਹ ਜਿਹੜੀ ਅੰਦਰ ਅੱਗ ਬਲਦੀ ਪਈ ਹੈ ਨਾ, ਤ੍ਰਿਸ਼ਨਾ ਦੀ, ਜੇ ਗੁਰੂ ਰੱਖਿਆ ਕਰਨ ਵਾਲਾ ਬਣ ਜਾਵੇ ਤੇ ਬੁਝ ਗਈ ਇਹ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ। ਆਪਾਂ ਪਹਿਲਾਂ ਬਚਨ ਸਰਵਣ ਕੀਤਾ ਸੀ ਨਾ ਵੀ ਤ੍ਰਿਸ਼ਨਾ ਸਾਰਿਆਂ ਨੂੰ ਲੱਗੀ ਹੈ, ਕਿਸੇ ਦੀ ਛੋਟੀ ਹੈ, ਕਿਸੇ ਦੀ ਵੱਡੀ ਹੈ, ਕਿਸੇ ਨੂੰ ਬਹੁਤੀ ਹੈ, ਕਿਸੇ ਨੂੰ ਥੋੜੀ ਹੈ, ਕਿਸੇ ਦਾ ਪਰਦਾ ਜਗ ਜਾਰ ਹੋ ਜਾਂਦਾ, ਕਿਸੇ ਦਾ ਢੱਕਿਆ ਰਹਿੰਦਾ, ਪਰ ਤ੍ਰਿਸ਼ਨਾ ਦੀ ਅੱਗ ਤੇ ਸਾਰਿਆਂ ਨੂੰ ਲੱਗੀ ਹੈ। ਮਹਾਰਾਜ ਕਹਿਣ ਲੱਗੇ, ਤ੍ਰਿਸ਼ਨਾ ਦੀ ਅੱਗ ਉਹਨਾਂ ਦੀ ਬੁਝੀ ਹੈ। ਰਖੰਦੜੋ ਪ੍ਰਭ ਆਪ, ਜਿਨ੍ਹਾਂ ਨੂੰ ਪਰਮਾਤਮਾ ਆਪ ਹੱਥ ਦੇ ਦੇਵੇ, ਆ ਕੇ ਸਿਰ ਤੇ ਮਿਹਰ ਦਾ ਹੱਥ ਰੱਖੇ, ਉਹਨਾਂ ਦੀ ਇਹ ਰੱਖਿਆ ਹੋਈ ਹੈ। ਭਾਹੇ ਬੁਲੰਦੜੀ ਬੁਝ ਗਈ, ਉਹਨਾਂ ਦੀ ਤ੍ਰਿਸ਼ਨਾ ਦੀ ਬਲਨ ਵਾਲੀ ਅੱਗ ਬੁਝ ਜਾਂਦੀ, ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ। ਉਹਨਾਂ ਦੀ ਫਿਰ ਇੱਛਾ ਕੋਈ ਰਹਿ ਜਾਂਦੀ ਹੈ, ਨਾ ਪਦਾਰਥਾਂ ਦੀ, ਨਾ ਵਸਤੂਆਂ ਦੀ, ਨਾ ਜਾਇਦਾਦ ਦੀ। ਇਹਨਾਂ ਸਾਰੀਆਂ ਚੀਜ਼ਾਂ ਤੋਂ ਗੁਰਮੁਖ ਨਿਰਲੇਪ ਹੋ ਜਾਂਦਾ। ਪਰ ਗੁਰਮੁਖੋ ਨਿਰਲੇਪ ਉਹ ਹੁੰਦੇ ਨੇ ਰਖੰਦੜੋ ਪ੍ਰਭ ਆਪ, ਜਿਨ੍ਹਾਂ ਨੂੰ ਪਰਮਾਤਮਾ ਆਪ ਰੱਖਿਆ ਕਰੇ, ਕਿਰਪਾ ਕਰੇ, ਉਹਨਾਂ ਤੇ ਐਸੀ ਦਾਤ ਪ੍ਰਾਪਤ ਹੁੰਦੀ ਹੈ। ਜਿਨ ਉਪਾਈ ਮੇਂਦਨੀ
ਨਾਨਕ ਸੋ ਪ੍ਰਭ ਜਾਪ। ਪਾਤਸ਼ਾਹ ਕਹਿਣ ਲੱਗੇ ਜਿਸ ਪ੍ਰਮਾਤਮਾ ਨੇ ਮੇਦਨੀ ਕਹੀਏ ਧਰਤੀ ਪੈਦਾ ਕੀਤੀ, ਧਰਤੀ ਦਾ ਨਾਮ ਹੀ ਮੇਦਨੀ ਹੈ। ਇਤਿਹਾਸਕਾਰਾਂ ਨੇ ਗ੍ਰੰਥਕਾਰਾਂ ਨੇ ਲਿਖਿਆ ਹੈ ਕਿ ਇੱਕ ਵਾਰੀ ਦੋ ਵੱਡੇ ਦੈਤ ਮੱਧ ਤੇ ਕੈਟ ਨੇ ਭਗਵਾਨ ਦੇ ਨਾਲ ਜੰਗ ਕੀਤੀ ਤੇ ਜੰਗ ਦੇ ਵਿੱਚ ਆਪਣਾ ਸਿਰ ਜਿਹੜਾ ਸੀ ਉਹ ਬਲੀਦਾਨ ਦੇ ਰੂਪ ਦੇ ਵਿੱਚ ਦਿੱਤਾ, ਵਰ ਦੇ ਰੂਪ ਦੇ ਵਿੱਚ ਦਿੱਤਾ। ਉਹਨਾਂ ਦੀ ਮਿੱਝ ਤੋਂ ਜਿਹੜੀ ਮਿੱਝ ਨਿਕਲੀ ਸਰੀਰ ਦੇ ਵਿੱਚੋਂ, ਉਸ ਮਿੱਝ ਦੇ ਨਾਲ ਧਰਤੀ ਬਣੀ ਹੈ। ਮਿੱਝ ਤੋਂ ਬਣਨ ਦੇ ਨਾਲ ਇਤਿਹਾਸਕਾਰਾਂ ਨੇ ਇਸ ਨੂੰ ਮੇਦਨੀ ਲਿਖਿਆ, ਮਿੱਝ ਤੋਂ ਬਣੀ ਮੇਦਨੀ ਬਣੀ। ਸੋ ਇਹ ਵੀ ਇੱਕ ਧਰਤੀ ਦਾ ਹੀ ਨਾਮ ਹੈ। ਸੋ ਰੋ ਵਿਚਾਰ ਮਹਾਰਾਜ ਕਹਿਣ ਲੱਗੇ ਜਿਨ ਉਪਾਈ ਮੇਦਨੀ, ਜਿਸ ਪ੍ਰਮਾਤਮਾ ਨੇ ਇਹ ਮੇਦਨੀ ਧਰਤੀ ਪੈਦਾ ਕੀਤੀ ਹੈ, ਨਾਨਕ ਸੋ ਪ੍ਰਭ ਜਾਪ, ਉਸ ਪ੍ਰਮਾਤਮਾ ਦਾ ਜਾਪ। ਕਿਉਂਕਿ ਗੁਰਮੁਖੋ ਦੁਨੀਆ ਤੇ ਰੱਬ ਤੇ ਬੜੇ ਬੜੇ ਹੋਏ, ਥਾਵਾਂ ਥਾਵਾਂ ਤੇ ਮੁਹੱਲਿਆਂ ਵਿੱਚ ਸ਼ਹਿਰਾਂ ਵਿੱਚ ਦੁਕਾਨਾਂ ਖੁੱਲੀਆਂ ਹੋਈਆਂ, ਆਪਣੇ ਵੱਡੇ ਵੱਡੇ ਨਾਮ ਰਖਾਏ, ਵੱਡੇ ਵੱਡੇ ਡੇਰੇ ਬਣ ਗਏ, ਆਸ਼ਰਮ ਬਣ ਗਏ। ਦੁਨੀਆ ਨੂੰ ਲੁੱਟਿਆ ਜਾ ਰਿਹਾ। ਮੈਂ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹਾਂ। ਸਤਿਗੁਰਾਂ ਨੇ ਇਹ ਭੁਲੇਖਾ ਸਾਡੇ ਮਨ ਵਿੱਚੋਂ ਕੱਢਣ ਵਾਸਤੇ ਕਿ ਸਾਡਾ ਸਿੱਖ ਇੱਕ ਚਿਆਈ ਵਾਲੇ ਪਾਸੇ ਕਿਸੇ ਠੱਗ ਦੇ ਕੋਲ ਨਾ ਚਲੇ ਜਾਵੇ ਕਿ ਮਹਾਰਾਜ ਨੇ ਪ੍ਰਭ ਲਿਖਿਆ ਕਿ ਦੁਨੀਆ ਦੇ ਲੋਕ ਦੇ ਨਾਮ ਹੀ ਪ੍ਰਭ ਲਿਖਾ ਲੈਣਗੇ ਵੀ ਮੈਂ ਹੀ ਉਹ ਪ੍ਰਭ ਹਾਂ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਦੁਨੀਆ ਤੇ ਆਏ ਨਾ, ਇੱਕ ਪੰਡਤ ਹੈ ਤੇ ਉਸ ਪੰਡਤ ਨੇ ਨਾਮ ਉਹਦਾ ਪੰਡਤ ਦਾ ਕਹਿਣ ਲੱਗੇ ਵੀ ਉਸ ਪੰਡਤ ਨੇ ਕੀ ਕੀਤਾ ਵੀ ਆਪਣਾ ਨਾਮ ਹੀ ਨਾਨਕ ਰੱਖਿਆ। ਉਹਨੇ ਕੋਈ ਗ੍ਰੰਥ ਪੜ੍ਹਿਆ ਹੋਇਆ ਤੇ ਗ੍ਰੰਥ ਵਿੱਚ ਲਿਖਿਆ ਸੀ ਕਿ ਕਲਯੁਗ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਗੁਰੂ ਹੋਣਗੇ। ਤੇ ਪੰਡਤ ਬੜਾ ਚਲਾਕ ਹੈ, ਲੋਕਾਂ ਤੋਂ ਪੂਜਾ ਕਰਾਉਣ ਵਾਸਤੇ ਆਖਦਾ ਵੀ ਮੈਂ ਉਹੀ ਗੁਰੂ ਨਾਨਕ ਹਾਂ ਜਿਹਦਾ ਗ੍ਰੰਥਾਂ ਵਿੱਚ ਨਾਮ ਲਿਖਿਆ ਹੋਇਆ। ਇਹ ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਉੱਤੇ ਪਹੁੰਚੇ ਤੇ ਫਿਰ ਉਹਦਾ ਹੰਕਾਰ ਤੋੜਿਆ, ਮਾਣ ਤੋੜਿਆ ਤੇ ਸੱਚ ਦੇ ਰਾਹ ਤੇ ਮਹਾਰਾਜ ਨੇ ਪਾਇਆ। ਗੁਰਮੁਖੋ ਜੇ ਕੋਈ ਵਿਅਕਤੀ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲਿਖਾ ਕੇ ਆਪਣੀ ਪੂਜਾ ਕਰਵਾ ਸਕਦਾ ਤੇ ਫਿਰ ਦੁਨੀਆ ਦੇ ਲੋਕ ਤੇ ਆਪਣਾ ਨਾਮ ਪ੍ਰਭ ਰਖਾ ਕੇ ਪੂਜਾ ਕਰਾਉਣਗੇ ਨਾ ਵੀ ਆ ਵੇਖੋ ਮਹਾਰਾਜ ਨੇ ਮੇਰਾ ਨਾਮ ਲਿਖਿਆ ਭਾਈ, ਮੇਰੀ ਪੂਜਾ ਕਰੋ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਉਸ ਪ੍ਰਭ ਦਾ ਨਾਮ ਲਿਖਿਆ ਹੈ ਜਿਸ ਨੇ ਧਰਤੀ ਪੈਦਾ ਕੀਤੀ। ਅਸੀਂ ਉਹਦੀ ਗੱਲ ਕਰਦੇ ਪਏ, ਕਿਸੇ ਨਾਮ ਦਾ ਭੁਲੇਖਾ ਨਾ ਖਾ ਜਾਓ। ਜਿਨ ਉਪਾਈ ਮੇਦਨੀ, ਜਿਨੇ ਮੇਦਨੀ ਕਹੀਏ ਧਰਤੀ ਪੈਦਾ ਕੀਤੀ ਹੈ, ਨਾਨਕ ਸੋ ਪ੍ਰਭ ਜਾਪ, ਉਸ ਪ੍ਰਮਾਤਮਾ ਦੇ ਜਾਪ ਨੂੰ ਜਪਿਆ ਕਰੋ। ਪੌੜੀ ਜਾਂ ਪ੍ਰਭ ਭੈ ਦਿਆਲ ਨਾ ਵਿਆਪੈ ਮਾਇਆ। ਗੁਰੂ ਪਾਤਸ਼ਾਹ ਕਹਿਣ ਲੱਗੇ ਗੁਰਮੁਖੋ ਜਿਹਦੇ ਤੇ ਦਿਆਲੂ ਹੋ ਜਾਵੇ ਪ੍ਰਮਾਤਮਾ, ਫਿਰ ਉਹਨੂੰ ਮਾਇਆ ਨਹੀਂ ਰਹਿੰਦੀ, ਉਹ ਮਾਇਆ ਤੋਂ ਬਚ ਜਾਂਦਾ। ਨਹੀਂ ਤੇ ਇਹ ਮਾਇਆ ਕਿਸੇ ਨਾ ਕਿਸੇ ਤਰ੍ਹਾਂ ਸਵਾਰੀ ਕਰ ਹੀ ਲੈਂਦੀ ਹੈ, ਕਿਸੇ ਨਾ ਕਿਸੇ ਤਰ੍ਹਾਂ ਦੱਬ ਹੀ ਲੈਂਦੀ ਹੈ। ਪਰ ਦੱਬੇ ਉਹ ਨਹੀਂ ਜਾਂਦੇ, ਝੁਕਾਏ ਉਹ ਨਹੀਂ ਜਾਂਦੇ ਜਿਨ੍ਹਾਂ ਦੇ ਉੱਪਰ ਪ੍ਰਮਾਤਮਾ ਦਿਆਲੂ ਹੋ ਜਾਵੇ। ਉਹਨਾਂ ਤੇ ਫਿਰ ਮਾਇਆ ਜ਼ੋਰ ਪਾ ਨਹੀਂ ਸਕਦੀ। ਮਹਾਰਾਜ ਜੀਆਂ ਦਾ ਬਚਨ ਆਪਾਂ ਪੜ੍ਹਦੇ ਹਾਂ, ਐ ਪ੍ਰਮਾਤਮਾ ਜੇ ਤੂੰ ਨਾਲ ਤੇ ਫਿਰ ਦੁਨੀਆ ਦਾ ਕੋਈ ਵਿਅਕਤੀ, ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਛੋਹ ਨਹੀਂ ਸਕਦੀ। ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ। ਜੇ ਪਾਰ ਬ੍ਰਹਮ ਪਰਮਾਤਮਾ ਦੀ ਸ਼ਰਨ ਪ੍ਰਾਪਤ ਹੋ ਜਾਵੇ ਫਿਰ ਕਿਸੇ ਤਰ੍ਹਾਂ ਦੀ ਤਤੀ ਵਾਹ ਲੱਗਦੀ ਨਹੀਂ, ਦੁੱਖ ਰੂਪੀ ਵਾਹ ਨਹੀਂ ਲੱਗਦੀ ਹੈ। ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ। ਕਿਸੇ ਤਰ੍ਹਾਂ ਦਾ ਗੁਰੂ ਦੁੱਖ ਨਹੀਂ ਲੱਗਣ ਦਿੰਦਾ। ਉਹਦਾ ਕਾਰਨ ਇਹ ਹੈ ਕਿ ਗੁਰੂ ਦਿਆਲੂ ਹੈ ਤੇ ਗੁਰੂ ਦਿਆਲਤਾ ਕਰਦਾ ਹੈ। ਗੁਰਮੁਖੋ ਇਹ ਜਿਹੜੀ ਆਪਾਂ ਕਥਾ ਵਿਚਾਰ ਹੈ ਨਾ, ਜੈਤ ਸ੍ਰੀ ਦੀ ਵਾਰ, ਇਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਉਹਦੀ ਵਿਚਾਰ ਸਰਵਣ ਕਰਦੇ। ਕੋਈ ਦਿਨ ਪਹਿਲਾਂ ਆਪਾਂ ਇਹ ਬਚਨ ਸੁਣਿਆ ਹੋਵੇਗਾ ਕਿ ਮੰਜੀ ਸਾਹਿਬ ਦੀ ਕਥਾ ਜਿਹੜੀ ਹੈ ਉਹ ਸਵੇਰ ਵੇਲੇ ਸੁਣਾਈ ਜਾਂਦੀ ਹੈ। ਜੋ ਵੀ ਮੁਖ ਵਾਕ ਆਉਂਦਾ ਹੈ ਦਰਬਾਰ ਸਾਹਿਬ ਉਹਦੀ ਕਥਾ ਸਰਵਣ ਕਰਵਾਈ ਜਾਂਦੀ ਹੈ। ਸੋ ਉੱਥੇ ਇੱਕ ਸਿੱਖ ਨੇ ਬਚਨ ਕੀਤਾ, ਕਹਿਣ ਲੱਗਾ ਵੀ ਇਹ ਜਿਹੜਾ ਮੱਧ ਹੈ ਇਹ 705 ਅੰਗ ਦੇ ਉੱਪਰ ਕਿਵੇਂ ਬਣ ਗਿਆ। ਵੈਸੇ ਤੇ ਐਸੇ ਬਚਨ ਐਸੇ ਸਟੇਜਾਂ ਤੇ ਨਹੀਂ ਹੋਣੇ ਚਾਹੀਦੇ, ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦਾ ਹੈ। ਇਹ ਪਹਿਲਾਂ ਗੁਰਮਤੀਆਂ ਨਾਲ ਗੁਰਮੁਖਾਂ ਨਾਲ ਪਹਿਲਾਂ ਵਿਚਾਰ ਹੋਣੀ ਚਾਹੀਦੀ ਹੈ। ਵਿਚਾਰ ਕਰਕੇ ਫਿਰ ਸੱਚਾ ਸੁੱਚਾ ਬਚਨ ਜਿਹੜਾ ਹੈ ਉਹ ਇਹੋ ਜਿਹੀ ਜਗ੍ਹਾ ਤੇ ਕਰਨਾ ਚਾਹੀਦਾ ਜਿੱਥੋਂ ਸਾਰੀ ਦੁਨੀਆ ਸੁਣਦੀ ਪਈ ਹੈ ਬੜੇ ਧਿਆਨ ਦੇ ਨਾਲ ਵੀ ਕੀ ਬਚਨ ਹੋ ਰਿਹਾ ਹੈ। ਆਪਣੀ ਮੱਤ ਜਿਹੜੀ ਹੈ ਉਹ ਬਹੁਤੀ ਉੱਥੇ ਵਰਤ ਕੇ ਅਤੇ ਕੱਚਾ ਬਚਨ ਨਹੀਂ ਕਹਿਣਾ ਚਾਹੀਦਾ। ਤਰਕ ਇਹ ਦਿੱਤੀ ਗਈ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ
1430 अंग लिखे गए ते जे मद ही लाना है ते मद फिर 715 अंग दे उपर लगना चाहिए। पंज ते किवें बन गया ये होना नहीं चाहिए। इस तरह की विचार उत्थे दित्ती गई है। सो गुरमुखो बचन है ये जिहड़े 1430 अंग ने ये जदों दी मशीन दे नाल छपाई होनी शुरू हुई है गुरु ग्रंथ साहिब पातशाह उदों तो ये 1430 अंग जिहड़े ने गुरु ग्रंथ साहिब दे पक्के तौर ते लिखे गए कि बराबर अगर इक्को जिहा मशीन ने बना दिते लगा मात्रा इक्को जिहा कागज कट के इक्को जिहा कर दिता ते ये 1430 अंग आपां नूं गुरु ग्रंथ साहिब पातशाह दे प्राप्त होए। पर इस तो पहला जिन्ने भी हाथ लिखते स्वरूप ने उन्हां स्वरूपां दे किसे दे विच 1430 अंग है ही नहीं, क्योंकि महाराज ने इत्थे अंगां दी गल नहीं कीती भी इन्ने अंगां विच बाणी लिखी। बाणी संपूर्ण लिखनी है, अंग भावें वध जाण कोई गल नहीं। जिहड़ा स्वरूप गुरु अर्जन देव पातशाह ने आप लिखवाया जिहड़ा अज करतारपुर साहिब दी धरती ते है 1430 अंग ते उसदे भी नहीं बन ओदे भी अंग 765 महाराज साहब जियां ने लिखवाए। गुरमुखो उन्हां समयां विच की हुंदा सी भी एक अंग दे उपर एक अंग लिखिया जांदा ते दूजे पासे कुछ नहीं लिखिया गया। फिर उस तो अगले अंग ते जा के 2 नंबर पाया जांदा ओदे दूसरे पासे कुछ नहीं लिखिया जांदा। फिर तीसरे अंग ते जा के 3 अंग पाया जांदा। जिवें आपां गुरबाणी पढ़दे हां हरेक अंग दे उपर अंग लिखिया होया 1 2 3 4 उदों एक पासे अंग लिखिया जांदा सी दूजा पासा ते अंग नहीं सी लिखिया गया। फिर तीजे नंबर ते जाके अंग लिखिया जांदा। इस तरह जिन्ने भी पुरातन बहुते स्वरूप ने उन्हां दे दर्शन तुसीं करोगे वो इसे तरह अंग उन्हां दे पाए। जिहड़ा गुरु अर्जन देव पातशाह ने स्वरूप लिखवाया ओदे 765 अंग इस तरह बनदे ने। 765 ते 765 दी जे आपां उन्हों जोड़ लईए तो वो अंग जिहड़े 1430 नहीं बनदे, इस तो अंग वो वध जांदे। सो ये तर्क दे देनी भी इन्ने अंग ने ते इहदा वध इत्थे आउणा चाहिए। फिर जिहड़ा गुरु अर्जन साहब पातशाह ने स्वरूप लिखाया ओदे ते 1530 अंग बन फिर ओदा वध आपां कित्थे लैके जावांगे। फिर ओदे अंगां दी विचार करांगे भी इहदे अद्धे अंग इत्थे बनदे इत्थे मद लगना चाहिए। और गुरु अर्जन साहब पातशाह तो बिना बाबा दीप सिंह जी ने स्वरूप लिखे, भाई बन्नू जी ने स्वरूप लिखे, और भी कई गुरसिखां ने स्वरूप लिखे। ते गुरमुखो अंग ते उन्हां दे भी एक दूजे दे बराबर नहीं, किसे दे वध ने किसे दे घट ने। ये ते लिखारी दी लिखाई दे उपर निर्भर है कि लिखन वाला अखर किड्डा पाउंदा, वड्डा पाउंदा कि छोटा पाउंदा, थोड़ा जिहा फर्क पा के पाउंदा कि नेड़े नेड़े पाउंदा है। जदों अखर वड्डे छोटे हो जाणगे अंगां दा फर्क अपने आप ही पै जाएगा। ऐसी तर्क दे देनी भी देखो जी 1430 अंग ते हुण छपण लगे। जदों मशीन दा युग आया पहलां ते हत्थीं लिखे गए, उत्थे ना कोई मशीन है ना कोई अंगां दी गिनती है। किसे स्वरूप दे अंग पहलां आ जांदे, किसे स्वरूप दे अंग घट ने। ये विचार ऐसे जिहड़ी पहलां सोच लेना चाहिए। सो जिहड़ा 705 अंग दे उपर ये विद्वानां ने लिखिया है भी मद दी अरदास जैतसरी राग दे उपर करनी है, वार दे उपर करनी है। गुरमुखो विद्वान ये गल कहंदे ने कि गुरु ग्रंथ साहिब दीयां 22 वारां तुसीं पढ़ोगे ना 22 वारां गुरु ग्रंथ साहिब दे विच लिखियां होईयां और इस वार ते आके 11 वारां संपूर्ण हुंदियां ते 11 बाकी रह जांदियां। इस करके इत्थे 12 दा आके भी मद बनदा है जैतसरी दी वार। तुसीं गिन लिओ कि आप बैठ के अपने घर दे विच 22 वारां विचों ये 11 वारां इत्थे जैतसरी दी वार ते आके बनदियां। ये वारां दा भी इत्थे मद बनदा आके जिथे आपां मद लाउने आ, जिथे बचदा आ जांदा आद पूरन मद पूरन अंत पूरन परमेश्वर। सो एक ते इहदी ये विचार है कि इत्थे 12 दा मद बनदा है। गुरमुखो दूजी विचार है कि गिन के वेख लवो जिन्ने गुरु ग्रंथ साहिब दे शब्द ने 1 2 3 4 आपां गिन लगांगे सारे शब्दां दा मद आके इत्थे बनदा। इत्थे पूरे अद्धे शब्द गुरु ग्रंथ साहिब पातशाह दी बाणी दे बन जांदे। भावें कोई कलम लै के कोई पेन लै के कागज लै के बैठ जाओ लिखण वास्ते गिनन वास्ते और इत्थे आके उन्हां शब्दां दा ये मद बनदा। तां करके इत्थे आके इस वार दे उपर मद दी अरदास हुंदी है। और तीसरी विचार जिहड़ी है विद्वानां ने ये भी दित्ती है
कि कई गुरमुख ऐसे होए ने जिन्होंने गुरु ग्रंथ साहिब पातशाह की गुरबानी के अखर गिने। आपां नूं ते शब्द गिनने औखे लगदे ने, शब्द किवें गिणांगे। ऐसे भी गुरमुख होए जिन्होंने गुरु ग्रंथ साहिब पातशाह की बाणी के अखर गिने। अखर किन्ने बनदे ने गुरमुखो, उन्हां अखरां दा जिहड़ा मद है वो भी इसे वार ते इसे वचन ते आके बनदा आद पूरन मद। सो वचन ये है भी एडे बड़े स्थान तो कथा करते हैं ऐसा कच्चा वचन कहना, और सिर्फ तरके देनी भी 1430 आंगे ते 15705 ते मद बन जांदे। ये गुरमुखो ये तर्क जिहड़ी है निरा मूल है, निरा आधार है, ਇਹਦਾ आधार कोई नहीं है। ये ते मशीन की लिखाई होनी शुरू हुई है ते अंगां दा ये नंबर पै गया भी इन्ने अंगे होने चाहिए, पर इस तो पहला जिन्ने सूफ लिखे गए किसी दे अंग एक दूजे दे नाल बराबर नहीं। लिखारी की लिखाई दे उपर निर्भर करदा अंग किन्ने होण। और इथे शब्दां दा मद बनदा, इथे आके वार दा भी मद बनदा, इथे आके जिहड़े अखर लिखे ने उन्हां दा भी मद बनदा है। अते विद्वानां दी विचार ये है कि जदों आपां वचन पढ़दे हैं ना आद पूरन ते दूसरा वचन पढ़िया मद, इधरों पाठी सिंह पढ़दा पिया कि मद पूरन, उधरों अरदास वाला दरबार दे विच महाराज दे सामने खड़ोता है, इधरों आखिया मद पूरन, उधरों अरदास वाले ने आखिया ओंकार श्री वाहिगुरु जी की फतेह। उन्हें अरदास शुरू कर दी। ये मर्यादा है गुरु ग्रंथ साहिब पातशाह दी बाणी दी। आपां मद दी अरदास गुरमुखो जिवें जिवें युग अगे लंघदा जांदा तरकां को तरकां शैतानी दिमाग जिहड़े ने, कोई ते लोग ये भी गल करदे भी मद दी अरदास भी नहीं करनी चाहिए, अरदास करने की लोड़ है। अज ये गल कहोगे मद दी अरदास नहीं करनी चाहिए, कल नूं आखोगे भी रंबड़ी भी नहीं करनी चाहिए, फिर ते भोगदी भी नहीं करनी चाहिए, लोड़ ही की है, करो ही ना, क्यों करनी पवे। ये गां तो आगे तो अगे असीं वधदे। सो मर्यादा जिहड़ी है वो जे बरकरार रखांगे, उत्ते पहरा देवांगे तां ही चढ़दी कला वाला पहरा जाना। अज साडे विच बहुते परिवार वो भी ने जिहड़े सहज पाठ साहिब जी दा भोग अपने घर दे विच पूथियां तो ही पा ले। विचार ये है कि चलो बाणी असीं पूर्ण असीं भोग पा लिया, गुरमुखो अज तुसीं पूथी राख के भोग पा लिया सहज पाठ, कल नूं कोई होर आवेगा आखेगा भी खंड पाठ भी फिर कर ही लेना चाहिए। जे आपां सहज पाठ करके भोग पा सकदे हां, फिर आपां खंड पाठ भी ते कर ही सकदे हां, बाणी दी होई है। परसों कोई होर उठ के आवेगा आखेगा भी लावा भी फिर पूथी तो ही कर लईए, गुरु ग्रंथ साहिब की लोड़ ही नहीं है। एक पोथी लाओ जो के हथां विच पढ़ के जिथे मर्जी रख लो, रख के पोथी ते लावां लिखियां ही होईयां ते लावां पढ़ के उत्थे ही लावां कर। चौथा को आवेगा आखेगा मरब हो गई लाणियां दा पाठ करना, गुरु ग्रंथ साहिब की लोड़ ही नहीं है, पोथी तो पढ़ दिओ लाणियां ते काम ही निबड़ जाएगा। इस तरह से गुरु आपको गुरु ग्रंथ साहिब से दूर ही हो जाओगे, ना कोई प्रकाश करेगा, ना कोई पढ़ेगा, ना कोई नमस्कार करेगा, ये ते सब पोथियां तो ही चल पवेगा। सो वचन ये है पोथियां तां लिखियां गईयां भी असीं घरे बैठ के बाणी पढ़ सकीए, लाहा लै सकीए। पोथियां दा मतलब नहीं है भी गुरु ग्रंथ साहिब नूं पासे ही कर दईए ते सारा कुछ आपां पोथियां ते लिया के निर्भर कर दईए। अज आखिया मद दी अरदास नहीं होनी, कल नूं आखांगे भोग दी नहीं होनी चाहिए, फिर रंब दी नहीं होनी चाहिए, ते फिर सहज पाठ दा भोग जे घरे पा लिया खंड पाठ दा भी पा लईए, पोथियां तो ही कर लईए, फिर लावां भी इहदे तो ही पढ़ लईए, सारा कुछ ते पोथियां विच लिखिया ते फिर गुरु ग्रंथ साहिब तो दूर हो गए। मर्यादा परंपरा ये साडे मन दे जिहड़े लोक ने पता नहीं इन्हां दे मन विच की इहो जिहा कीड़ा वड़िया, हर वेले तर्क मर्यादा दे उत्ते। साडे तो बिना हिंदू धर्म भी है, मुसलमान धर्म भी है, ईसाई धर्म भी है, जो उन्हां दी परंपरा शुरू तो चलदी आउंदी अज भी ओही चलदी आउंदी, इन बिन मासा जिन्नी नहीं होई। साडियां ने मर्यादा बदल के पता नहीं कित्थों दी कित्थे लै अजे जाके कित्थे गड्डी खड़नी है, कोई पता ही नहीं इस गल दा। किन्ना साडे विच आलस फलदा जा रहा है, किन्ना साडे विच ये दलिद्र पै गया कि सानू महाराज दा प्रकाश ना करना, लियाना ना पवे, इहदे वास्ते कोई सानू तैयारी ना करनी पवे, सीधा जा छोटा जा काम करो, कमाई करके जेब विच पा लईए, अगले नूं ये हुंदा भी सानू भी कुछ ना करना। सो गुरमुखो ये ऐसे वचन ने जिहड़े सानू पहरा देना पवेगा। गुरु ग्रंथ साहिब दी बाणी घर विच पढ़िया करो, पर रब दी अरदास गुरु ग्रंथ साहिब दे अगे करिया करो, भोग दी अरदास गुरु ग्रंथ साहिब दे अगे करिया करो। जे आपां सहज पाठ नहीं करदे, इस मर्यादा नूं परंपरा नूं छड्डना नहीं है।
ਸੋ ਇਹ ਗੱਲ ਕਹੀ ਜਾਂਦੀ ਹੈ ਵੀ ਬਾਣੀ ਉਹੀ ਹੈ ਜਿਹੜੀ ਪੋਥੀ ਵਿੱਚ ਲਿਖੀ ਹੈ, ਤੇ ਬਾਣੀ ਉਹੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਹੈ। ਜੇ ਬਾਣੀ ਉਹੀ ਪੋਥੀ ਵਿੱਚ ਮੰਨਦਾ ਪਿਆ ਤੇ ਚੰਦੋਆ ਇੱਥੇ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਲੱਗਿਆ ਹੋਇਆ, ਪੀੜੇ ਤੇ ਪ੍ਰਕਾਸ਼ ਚੌਰ ਸਾਹਿਬ ਹੁੰਦਾ ਪਿਆ, ਹੱਥ ਜੋੜ ਕੇ ਅਰਦਾਸ ਹੁੰਦੀ ਪਈ ਹੈ ਕਿ ਸਾਰਾ ਕੁਝ ਤੂੰ ਪੋਥੀ ਤੋਂ ਕਰਨ ਵੇਲੇ ਕਰ। ਉਦੋਂ ਆਖੀਦਾ ਨਹੀਂ ਪੋਥੀ ਹੈ ਕੋਈ ਨਹੀਂ, ਸਰਾਣੇ ਦੀ ਪ੍ਰਕਾਸ਼ ਜਾਂ ਛੋਟੀ ਜਿਹੀ ਰੀਲ ਲਿਆ ਕੇ ਪ੍ਰਕਾਸ਼। ਇਹ ਦਲਿੱਦਰ ਕਰਨਾ ਕੁਝ ਨਾ ਪਵੇ ਔਰ ਇਹੋ ਜਿਹੀ ਤਰਕ ਦੇ ਕੇ ਤੇ ਆਪ ਬਰੀ ਹੋ ਜਾਏ, ਬਰੀ ਨਹੀਂ ਹੋਣੀ। ਦੁਨੀਆ ਦੀਆਂ ਅੱਖਾਂ ਵਿੱਚ ਘਟਾ ਪਾਵੇਗਾ। ਪ੍ਰਮਾਤਮਾ ਨੇ ਤੈਨੂੰ ਇਸ ਗੱਲ ਦਾ ਲੇਖਾ ਤੇਰੇ ਕੋਲੋਂ ਪੁੱਛਣਾ, ਉੱਥੇ ਹਿਸਾਬ ਮੰਗਿਆ ਗਿਆ। ਸੋ ਇਹ ਬਚਨ ਹੈ ਕਿ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਵਰਗੀ ਵੱਡੀ ਸਟੇਜ ਹੋਵੇ ਜਿੱਥੋਂ ਸਾਰੀ ਦੁਨੀਆ ਕਥਾ ਕੀਰਤਨ ਸਰਵਣ ਕਰਦੀ ਹੈ। ਇਹੋ ਜਿਹੇ ਬਚਨ ਨਹੀਂ ਹੋਣੇ ਚਾਹੀਦੇ, ਇਹਦੇ ਉੱਪਰ ਪਹਿਲਾਂ ਵਿਚਾਰ ਹੋਵੇ ਤੇ ਫਿਰ ਜਿਹੜਾ ਬਚਨ ਹੋਵੇ ਉਹ ਬਚਨ ਅੱਗੇ ਸੁਣਾਇਆ। ਸੋ ਐਸੇ ਕੱਚੇ ਬਚਨ ਕਰਨ ਵਾਲਿਆਂ ਦੇ ਉੱਪਰ ਥੋੜੀ ਜਿਹੜੀ ਹੈ ਉਹ ਸਖਤੀ ਹੋਣੀ ਚਾਹੀਦੀ ਹੈ। ਰੋ ਵਿਚਾਰ ਮਹਾਰਾਜ ਸਾਹਿਬ ਜੀ ਇਹ ਜੈਤਸਰੀ ਦੀ ਵਾਰ ਬਖਸ਼ਿਸ਼ ਕਰਦੇ ਪਏ, ਕਹਿਣ ਲੱਗੇ ਜਿਨ੍ਹਾਂ ਉੱਪਰ ਪ੍ਰਮਾਤਮਾ ਦਿਆਲੂ ਹੁੰਦਾ ਉਹਨਾਂ ਨੂੰ ਮਾਇਆ ਨਹੀਂ ਵਿਆਪਦੀ ਹੈ। ਕੋਟ ਅਗਾਗ ਨਾਸ ਹਰ ਇੱਕ ਧਿਆਇਆ। ਨਾਸ ਹੋ ਜਾਂਦੇ ਗੁਰੂ ਇੱਕ ਨਾਮ ਦੇ ਜਪਣ ਦੇ ਨਾਲ। ਨਾਮ ਇੱਕ ਹੈ, ਜਿਨ੍ਹਾਂ ਨੇ ਜਪਿਆ ਉਹਨਾਂ ਦੇ ਕਰੋੜਾਂ ਪਾਪ ਨਾਸ ਹੁੰਦੇ ਹਨ। ਨਿਰਮਲ ਭੈ ਸਰੀਰ ਜਨ ਧੂਰੀ ਨਾਇਆ। ਗੁਰੂ ਕੇ ਜਿਹੜੇ ਸਿੱਖ ਨੇ, ਜਿਹੜੀ ਸਾਧ ਸੰਗਤ ਹੈ, ਜਿਹੜੇ ਸੰਤ ਨੇ, ਜਿਹੜੇ ਸਾਧੂ ਨੇ, ਉਹਨਾਂ ਦੀ ਚਰਨਾਂ ਧੂੜੀ ਵਿੱਚ ਨਹਾਉਣ ਦੇ ਨਾਲ, ਇਸ਼ਨਾਨ ਕਰਨ ਦੇ ਨਾਲ, ਤੱਪੜ ਝਾੜ ਵਿਛਾਏ ਧੂੜੀ ਨਾਲ ਜੋ ਸਤ ਸੰਗਤ ਦੀ ਚਰਨਾਂ ਦੀ ਧੂੜੀ ਵਿੱਚ ਇਸ਼ਨਾਨ ਕਰਨਾ ਹੈ, ਇਹਦੇ ਨਾਲ ਮਨ ਵੀ ਨਿਰਮਲ ਹੋ ਜਾਂਦਾ ਹੈ, ਤਨ ਵੀ ਨਿਰਮਲ ਹੋ ਜਾਂਦਾ ਹੈ। ਮਨ ਤਨ ਭੈ ਸੰਤੋਖ ਪੂਰਨ ਪ੍ਰਭ ਪਾਇਆ। ਪਰਮਾਤਮਾ ਨੂੰ ਪਾ ਲਈਏ, ਮਨ ਵਿੱਚ ਸੰਤੋਖ, ਤਨ ਵਿੱਚ ਵੀ ਸੰਤੋਖ ਪ੍ਰਾਪਤ ਹੁੰਦਾ ਹੈ। ਤਰੇ ਕੁਟੰਬ ਸੰਗ ਲੋਗ ਕੁਲ ਸੁਭਾਇਆ। ਬਾਦਸ਼ਾਹ ਕਹਿਣ ਲੱਗੇ ਨਾਮ ਜਪਣ ਵਾਲਿਆਂ ਦਾ ਕੁਟੰਬ ਤਰ ਜਾਂਦਾ। ਕੁਟੰਬ ਗੁਰਮੁਖੋਂ ਕਹਿੰਦੇ ਪਰਿਵਾਰ। ਇੱਕ ਜਣਾ ਵੀ ਨਾਮ ਜਪੇਗਾ ਪਰਿਵਾਰ ਤਰ ਜਾਏਗਾ। ਐਸੀ ਵੱਡੀ ਨਾਮ ਦੀ ਦਾਤ। ਅਸੀਂ ਇੱਕ ਥਾਂ ਤੋਂ ਦੂਜੀ ਜਗ੍ਹਾ ਤੇ ਜਾਣਾ ਹੋਵੇ, ਜੇ ਸਾਡੇ ਕੋਲ ਇੱਕ ਟਿਕਟ ਹੈ ਨਾ, ਅਸੀਂ ਉਹੀ ਜਾ ਸਕਦਾ ਜਿਹਦੇ ਨਾਮ ਤੇ ਟਿਕਟ, ਦੂਜਾ ਨਹੀਂ ਜਾਏਗਾ। ਜੇ ਉਹ ਬੰਦਾ ਮੰਨ ਲਓ 2 ਟਿਕਟਾਂ ਕਰਾਈਆਂ, ਇੱਕ ਬੰਦਾ ਦਾ ਵਿਚਾਰ ਬਣਿਆ ਵੀ ਮੈਂ ਨਹੀਂ ਜਾਣਾ, ਉਹਦੀ ਜਗ੍ਹਾ ਤੇ ਤੁਸੀਂ ਤੀਜਾ ਬੰਦਾ ਵੀ ਨਹੀਂ ਲਿਜਾ ਸਕਦਾ। ਉਹੀ ਜਾਏਗਾ ਜਿਹਦਾ ਨਾਮ ਟਿਕਟ ਤੇ ਲਿਖਿਆ ਹੋਇਆ, ਦੂਜਾ ਨਹੀਂ। ਪਰ ਨਾਮ ਇਹੋ ਜਿਹਾ ਇੱਕ ਜਣਾ ਨਾਮ ਜਪੇਗਾ, ਪੂਰੇ ਪਰਿਵਾਰ ਦੀ ਟਿੱਕੇ ਬੰਦੇ ਨੇ ਖਰੀਦਣੀ, ਉਹਦੇ ਨਾਲ ਪਰਿਵਾਰ ਹੀ ਚਲਾ ਜਾਏਗਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤਰੇ ਕੁਟੰਬ, ਇੱਕ ਦੇ ਨਾਮ ਜਪਣ ਲੱਗਿਆ ਪਰਿਵਾਰ ਤਰ ਜਾਏਗਾ। ਅੱਗੇ ਮਹਾਰਾਜ ਨੇ ਆਖਿਆ ਲੋਕ ਤੋਂ ਭਾਵ ਹੁੰਦਾ ਹੈ ਜਿਹੜੇ ਉਹਦੀ ਸੰਗਤ ਵਿੱਚ ਰਹਿਣ ਵਾਲੇ, ਉਹਦੇ ਨਾਲ ਬਹਿਣ ਉੱਠਣ ਵਾਲੇ, ਉਹਦੇ ਨਾਲ ਆਉਣ ਜਾਣ ਵਾਲੇ, ਉਹ ਵੀ ਨਾਲ ਹੀ ਤਰ ਜਾਂਦੇ। ਤੇ ਗੁਰਮੁਖੋ ਅਗਲਾ ਬਚਨ ਮਹਾਰਾਜ ਨੇ ਵਰਤਿਆ ਕੁੱਲ। ਜਿਵੇਂ ਬਚਨ ਆਉਂਦਾ ਭਗਤ ਜਨਾਂ ਕੇ 21 ਕੁੱਲ ਉਧਾਰੇ, 21 ਕੁੱਲਾਂ ਤਰ ਜਾਂਦੀਆਂ। ਐਸੀਆਂ ਨਾਮ ਦੀਆਂ ਬਰਕਤਾਂ ਨੇ। ਮਹਾਰਾਜ ਕਹਿਣ ਲੱਗੇ ਨਾਮ ਜਪਣ ਵਾਲਿਆਂ ਦਾ ਪਰਿਵਾਰ ਵੀ ਤਰ ਗਿਆ, ਸੰਗਤ ਕਰਨ ਵਾਲੇ ਕੁੱਲਾਂ ਤਰ ਗਈਆਂ। ਐਸੀ ਨਾਮ ਦੀ ਮਹਿਮਾ। ਤਾਂ ਮਹਾਰਾਜ ਨੇ ਸਾਨੂੰ ਨਾਮ ਦੇ ਨਾਲ ਜੋੜਿਆ। ਸਮੇਂ ਦੀ ਸਮਾਪਤੀ ਪੁਰਾਣੀ ਗੁਆਫੀ ਜੋ ਸੱਜਣ ਅਸੀਸਣੀਆਂ ਜੋ ਸਾਹਿਬ ਸਵੇਰਾ। ਮਨ ਤਨ ਭੈ ਸੰਤੋਖ ਪੂਰਨ ਪ੍ਰਭ ਪਾਇਆ। ਤਰੇ ਕੁਟੰਬ ਸੰਗ ਲੋਗ ਕੁਲ ਸੁਭਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।